अस्सलाम वालेकुम। चाचू जी की नाम है तुहाडा? सरवर हुसैन। सरवर हुसैन साहब किहड़ा पिंड है? अहमदपुर। अहमदपुर। कितनी देर हो गई तुहानू फार्मिंग करदे? तकरीबन 20 साल हो गए। 20 साल का तजर्बा है तुहाडा डंगर पालन का? जी जी जबरदस्त। 20 सालों च डंगरां दे बारे च की सीख सके हो? मेहनत करना ही सीख सके सिर्फ बस। अच्छा, हाँ जी, यानी कि मेहनत करो तो फल पाओ। इंशाल्लाह बिल्कुल। किस तरह मेहनत करते रहे हो? मेहनत मशीनरी तो साढ़े कोल है कोई नहीं है, ठीक है, तो मेहनत हत्थां नाल ही करते रहे हैं। मसलन पट्ठे पाते रहे हो, डंगर जी, सामभते रहे हो, वो तरतीब अपना गुर दसो सा लोगों नूं अज। गुर तो खैर लोगों को मेरा ख्याल है अजकल साइंसी तरीके नाल ज्यादा आंदा, साढ़े दस्सण नाल किन्ना ज्ञान है। ठीक है, पर है कि वो अपना ना तरीकेकार यही है कि इन्हां दे बैठण वास्ते जगह अच्छी होनी चाहिए है, सही है, डेरा साफ सुथरा होना चाहिए माहौल, ठीक है, ते मौसमी टैंपरेचर वास्ते भी ख्याल रखना पैंदा है। ठीक है। ਇਹ ਸਾਰੀਆਂ ਸੂਰਤਾਂ ਮੱਦੇਨਜ਼ਰ ਰੱਖ ਕੇ ਤੇ ਇਨਸ਼ਾਅੱਲਾ ਤਾਲਾ ਫਿਰ ਜਿਹੜਾ ਬੰਦੇ ਨੂੰ ਫਾਇਦਾ ਲੈ ਸਕਦਾ ਅਗਰ ਮਿਹਨਤ ਕਰੇ। ਸਹੀ ਹੈ। ਤੁਸੀਂ ਕਿਹਾ ਕਿ ਇਹਨਾਂ ਦੀ ਬੈਂਡ ਖਲੋਣ ਵਾਸਤੇ ਵੀ ਜਗ੍ਹਾ ਬਿਹਤਰ ਹੋਣੀ ਚਾਹੀਦੀ ਹੈ। ਤੁਹਾਡਾ ਅਸੀਂ ਇਹ ਫਾਰਮ ਵੇਖ ਰਹੇ ਹਾਂ, ਬੜਾ ਹਵਾਦਾਰ ਹੈ, ਖੁੱਲਾ ਹੈ, ਓਪਨ ਹੈ ਔਰ ਪੱਕੀ ਜਗ੍ਹਾ ਵੀ ਹੈ, ਕੁਝ ਸ਼ਾਇਦ ਕੱਚੀ ਜਗ੍ਹਾ ਵੀ ਤੁਸੀਂ ਰੱਖੀ ਹੈ। ਜੀ ਜੀ ਬਿਲਕੁਲ ਹੈ। ਇਹ ਫਾਰਮ ਜਿਹੜਾ ਤੁਸੀਂ ਬਣਾਇਆ ਵੇ, ਜੀ ਇਹ ਦੱਸਿਓ ਕਿ ਤੁਹਾਡੇ ਇਹਦੇ ਫਾਰਮ ਤੇ ਕਿੰਨਾ ਖਰਚਾ ਆਇਆ? ਫਾਰਮ ਤੇ ਤਕਰੀਬਨ ਤੇ ਕੋਈ 7 ਲੱਖ ਰੁਪਏ ਖਰਚਾ ਆਇਆ ਸੀ। ਇਹ ਕਿਹੜੀ ਸੰਚ ਬਣਾਇਆ? 2 ਸਾਲ ਪਹਿਲੇ। ਠੀਕ ਹੈ। ਇਹਦੀ ਕੀ ਲੰਬਾਈ, ਚੌੜਾਈ, ਉਚਾਈ ਕੀ ਰੱਖੀ ਜੇ? ਇਹਦੀ ਜਿਹੜੀ ਹੈ ਨਾ ਚੌੜਾਈ ਜੀ ਉਹ ਤਕਰੀਬਨ 80 ਫੁੱਟ ਹੈ। ਠੀਕ ਹੈ। ਲੰਬਾਈ ਜਿਹੜੀ ਹੈ ਸਹੀ ਹੈ। ਤੇ ਚੌੜਾਈ 36 ਫੁੱਟ ਹੈ। ਸਹੀ ਹੈ। ਔਰ ਉਚਾਈ? ਉਚਾਈ 15 ਫੁੱਟ। ਇਹਦੇ ਉੱਤੇ ਪੱਕਾ ਛੱਤ ਪਾਇਆ ਜੇ ਜਾਂ ਕੱਚਾ? ਪੱਕਾ ਛੱਤ ਪਾਇਆ। ਤੁਹਾਡੀ ਨਜ਼ਰ 'ਚ ਕਿਹੜਾ ਬਿਹਤਰ ਰਹਿੰਦਾ? ਮੇਰੀ ਨਜ਼ਰ ਵਿੱਚ ਇਹੋ ਹੀ ਬਿਹਤਰ ਹੈ, ਕਿਉਂਕਿ ਥੋੜਾ ਜਿਹਾ ਦੂਸਰੀ ਛੱਤਾਂ ਨਾਲੋਂ ਜਾਇਜ਼ ਵੀ ਹੈ ਵੇ। ਅਗਰ ਕੋਈ ਉਹਦੀਆਂ ਆਪਣਾ ਛੱਤਾਂ ਅਗਰ ਅਸੀਂ ਪਾਉਂਦੇ ਆ, ਉਹ ਕਾਨਿਆਂ ਵਗੈਰਾ ਦੀਆਂ ਛਿਲਕੀਆਂ ਵਗੈਰਾ ਉਹ ਰਿਆਤ ਤੇ ਹੈ ਨੇ, ਪਰ ਉਹ ਹਰ 6 ਮਹੀਨੇ ਬਾਅਦ ਉਹ ਨਵਾਂ ਸਿਸਟਮ ਕਰਨਾ ਪੈਂਦਾ। ਸਹੀ ਹੈ। ਤੇ ਇਹਦਾ ਹੈ ਕਿ ਇਹ ਤਰ੍ਹਾਂ ਅਗਰ ਉਹ ਮਜ਼ਬੂਤ ਕੰਮ ਹੈ, ਅਗਰ ਇਸ ਤੋਂ ਬਿਹਤਰ ਕੀਤਾ ਜਾਏ, ਉਹ ਲੈਂਟਰ ਵਗੈਰਾ ਪਾਏ ਜਾਂਦੇ ਨੇ, ਉਹ ਇਸ ਤੋਂ ਵੀ ਅੱਛਾ ਹੈ। ਐਨੇ ਤੁਹਾਡੇ ਹੱਥ ਵਿੱਚ ਕਿੰਨੇ ਡੰਗਰ ਆਈ ਜਾਂਦੇ ਨੇ? ਡੰਗਰ ਸਾਡੇ ਕੋਲ ਤਕਰੀਬਨ 80 ਕੇ ਹੈ ਨੇ। ਮਾਸ਼ਾਅੱਲਾ। ਇਸ ਤੋਂ ਮਜ਼ੀਦ ਤੁਸੀਂ 150 ਵੀ ਆ ਸਕਦਾ ਇਹਦੇ ਵਿੱਚ, ਅਗਰ ਤਰੀਕੇ ਨਾਲ ਇਹਨੂੰ ਰੱਖਿਆ ਜਾਏ। ਯਾਨੀ ਜਿਹੜਾ ਤੁਸੀਂ ਇਹਦੀ ਲੰਬਾਈ ਚੌੜਾਈ ਦੱਸ ਦਿੱਤੀ, ਇਹਦੇ ਵਿੱਚ 150 ਡੰਗਰ ਆ ਸਕਦਾ ਇਨਸ਼ਾਅੱਲਾ। ਜ਼ਬਰਦਸਤ। ਯਾਨੀ ਕਿ ਤੁਸੀਂ ਦੱਸ ਰਹੇ ਹੋ ਕਿ ਅਗਰ 6 ਲੱਖ ਦੱਸਿਆ ਜੇ, 6 ਲੱਖ ਦੇ ਵਿੱਚ 150 ਡੰਗਰ ਵੀ ਰੱਖਿਆ ਜਾ ਸਕਦਾ ਅੱਛੇ ਤਰੀਕੇ ਨਾਲ। ਬਿਲਕੁਲ। ਅੱਛਾ, ਇਹ ਦੱਸਿਓ ਕਿ ਮਾਸ਼ਾਅੱਲਾ ਤੁਹਾਡੇ ਕੋਲ ਇਸ ਟਾਈਮ 80 ਡੰਗਰ ਨੇ। 80 ਡੰਗਰਾਂ ਵਿੱਚੋਂ ਮੱਝਾਂ ਕਿੰਨੀਆਂ ਨੇ ਤੇ ਗਾਵਾਂ ਕਿੰਨੀਆਂ ਨੇ? ਕੋਈ ਤਕਰੀਬਨ ਕੋਈ 20-25 ਮੱਝਾਂ ਨੇ ਜੀ, 30 ਗਾਈਆਂ ਨੇ, ਸਹੀ। ਬਾਕੀ ਉਹਨਾਂ ਦੇ ਜਿਹੜੇ ਨੇ ਛੋਟੇ ਨੇ, ਛੋਟੇ ਬੱਚੀਆਂ ਵਗੈਰਾ, ਬੱਚੇ ਇਹ ਉਹ ਛੋਟੇ ਜਾਨਵਰ। ਤੁਸੀਂ ਗਾਈਆਂ ਵੀ ਰੱਖੀਆਂ ਨੇ, ਮੱਝਾਂ ਵੀ ਰੱਖੀਆਂ ਨੇ, ਬਿਹਤਰ ਕਿਹਨੂੰ ਪਾਇਆ? ਗਾਈ ਨੂੰ ਬਿਹਤਰ ਪਾਇਆ। ਔਰ ਦੁੱਧ ਦੇ ਲਿਹਾਜ਼ ਨਾਲ ਗਾਈ ਜ਼ਿਆਦਾ ਫਾਇਦੇਮੰਦ ਹੈ। ਲੇਕਿਨ ਲੋਕ ਮੱਝਾਂ ਨੂੰ ਪ੍ਰੈਫਰ ਦਿੰਦੇ ਨੇ, ਹਾਂਜੀ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਸਮਝ ਲਓ ਕਿ ਮਜਬੂਰੀ ਕਿਸ ਮੱਝ ਕਿਸਮ ਨਾ ਰੱਖੀਏ ਅਸੀਂ ਤੇ ਦੁੱਧ ਸੇਲ ਨਹੀਂ ਹੁੰਦਾ। ਅੱਛਾ। ਕਿ ਮੱਝ ਦੇ ਦੁੱਧ ਦੀ ਫੈਟ ਜਿਹੜੀ ਹੈ ਅੱਛੀ ਹੁੰਦੀ ਹੈ, ਚਿਕਨਾਈ ਤੇ ਜ਼ਿਆਦਾ ਹੈ, ਗਾਈ ਦੇ ਦੁੱਧ ਵਿੱਚ ਚਿਕਨਾਈ ਘੱਟ ਹੈ। ਇਸ ਵਾਸਤੇ ਇਹਨੂੰ ਸੇਲ ਕਰਨ ਵਾਸਤੇ ਸਾਨੂੰ ਮਜਬੂਰੀ ਹੈ ਕਿ ਉਹ ਅਸੀਂ ਮੱਝਾਂ ਰੱਖਣੀਆਂ ਪੈਂਦੀਆਂ ਨੇ। ਅੱਛਾ, ਖਰਚਾ ਜਿਹੜਾ ਗਾਈ ਤੇ ਵੱਧ ਆਂਦਾ ਜਾਂ ਮੱਝ ਤੇ ਵੱਧ ਆਂਦਾ ਜੇ? ਖਰਚਾ ਵੀ ਮੇਰਾ ਖਿਆਲ ਹੈ ਕਿ ਮੱਝ ਤੇ ਜ਼ਿਆਦਾ ਹੈ ਗਾਈ ਦੇ ਉੱਤੇ, ਕਿਉਂਕਿ ਉਹਦੀ ਅਗਰ ਖਰਚਾ ਜ਼ਿਆਦਾ ਹੈ ਤੇ ਉਸ ਤੋਂ ਦੁੱਗਣੀ ਉਹਦੀ ਬਚਤ ਹੈ। ਲੇਕਿਨ ਦੁੱਧ ਦੇ ਰੇਟ ਦਾ ਫਰਕ ਨਹੀਂ ਆ ਜਾਂਦਾ? ਦੁੱਧ ਦਾ ਰੇਟ ਉਹੀ ਮਸਲਾ ਹੈ ਨਾ ਕਿ ਦੁੱਧ ਦਾ ਰੇਟ ਜਿਹੜਾ ਹੈ 10 ਰੁਪਏ ਦਾ ਤਕਰੀਬਨ, ਸਾਡਾ ਦਾ ਰੇਟ ਅੱਛਾ ਚੱਲ ਰਿਹਾ ਕਿਉਂਕਿ ਅਸੀਂ ਬੇਕਰੀਆਂ ਦੁੱਧ ਦਿੰਦੇ ਵੇ, ਉਹਦਾ ਰੇਟ ਤਕਰੀਬਨ ਅੱਛਾ ਹੈ ਸਾਡਾ। ਬਾਕੀ ਅਗਰ ਮੇਰਾ ਖਿਆਲ ਹੈ ਕਿ ਅਗਰ ਫਾਰਮਰ ਸੋਚੇ ਨਾ ਤੇ ਗਾਈ ਦਾ ਮੱਝ ਨੂੰ 2 ਗੁਣਾ ਉਹਨੂੰ ਫਾਇਦਾ ਹੈ। ਸਹੀ ਹੈ। 2 ਗੁਣਾ ਫਾਇਦਾ ਹੈ ਕਿ ਅਗਰ ਉਹ ਗਾਈ ਰੱਖੇ, ਇੱਕ ਮੱਝ ਰੱਖ ਲੇ ਤੇ ਗਾਈਆਂ 2 ਰੱਖ ਲੇ ਤੇ ਮੇਰੇ ਖਿਆਲ ਅਲਹਮਦੁਲਿਲਾ ਜਿਹੜਾ ਨਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਅੱਛਾ, ਕਦੇ ਹਿਸਾਬ ਕੱਢਿਆ ਜੇ ਕਿ ਵੱਧ ਪੱਠੇ ਮੱਝ ਖਾਂਦੀ ਹੈ ਜਾਂ ਗਾਈ? ਉਹ ਪੱਠੇ ਜ਼ਿਆਦਾ ਗਾਈ ਖਾਂਦੇ ਆ। ਗਾਈ ਖਾਂਦੀ ਹੈ। ਹਾਂਜੀ। ਅੱਛਾ, ਇਹ ਦੱਸੋ ਕਿ ਜਿਹੜੇ ਲੋਕ ਮੱਝਾਂ ਰੱਖਦੇ ਨੇ, ਬਲਕਿ ਜ਼ਿਆਦਾਤਰ ਲੋਕ ਮੱਝਾਂ ਰੱਖਦੇ ਨੇ, ਹਾਂਜੀ, ਤੁਸੀਂ ਗਾਵਾਂ ਨੂੰ ਕਿਸ ਤਰ੍ਹਾਂ ਡਿਫੈਂਡ ਕਰੋਗੇ ਕਿ ਇਹਨਾਂ ਦਾ ਕਾਰੋਬਾਰ ਵੀ ਬਿਹਤਰ ਹੈ? ਉਹਦੇ ਵਿੱਚ ਹੈ ਕਿ ਗਾਈ ਦੀ ਇੱਕ ਤਾਂ ਦੁੱਧ ਦੀ ਪੈਦਾਵਾਰ ਬਹੁਤ ਜ਼ਿਆਦਾ ਹੈ, ਇਹ ਤੁਸੀਂ ਦੱਸ ਚੁੱਕੇ ਹੋ। ਦੱਸ ਚੁੱਕੇ ਆ। ਉਸ ਤੋਂ ਬਾਅਦ ਇਹ ਵੇ ਕਿ ਇਹਦਾ ਬੱਚਾ ਜਿਹੜਾ ਹੁੰਦਾ ਨਾ ਜੀ, ਬੱਚਾ ਜਿਹੜਾ ਹੈ ਉਹ ਸਾਲ ਡੇਢ ਦੇ ਵਿੱਚ ਤਿਆਰ ਹੋ ਜਾਂਦਾ। ਔਰ ਮੱਝ ਨਾਲ ਦਾ ਬੱਚਾ ਜਿਹੜਾ ਹੈ ਉਹ ਹਾਲੀ ਤੇ ਬਚਦਾ ਹੀ ਨਹੀਂ। ਅਗਰ ਬਚੇ ਵੀ ਤੇ ਉਹ ਉਨਾ ਮੇਰਾ ਖਿਆਲ ਹੈ ਫਾਇਦਾ 4 ਸਾਲ ਵਿੱਚ ਵੀ ਨਹੀਂ ਦਿੰਦਾ ਜਿੰਨਾ ਉਹ ਗਾਈ ਦਾ ਬੱਚਾ 1 ਸਾਲ ਵਿੱਚ ਦਿੰਦਾ। ਸੂਣ ਦੀ ਰੇਸ਼ੋ ਦੱਸਿਓ ਕਿ ਉਹ ਕਿੰਨੀ ਦੇਰ ਬਾਅਦ ਸੌਂਦੀ ਹੈ ਔਰ ਗਾਈ ਕਿੰਨੀ ਦੇਰ ਬਾਅਦ ਸੌਂਦੀ ਹੈ? ਗਾਈ 9 ਮਹੀਨੇ ਬਾਅਦ, ਮੱਝ 10 ਮਹੀਨੇ ਬਾਅਦ। ਠੀਕ ਹੈ। ਹਾਂਜੀ। ਅੱਛਾ, ਇਸ ਤੋਂ ਇਲਾਵਾ
ਗੋਸ਼ਤ ਦਾ ਕਾਰੋਬਾਰ ਅਗਰ ਕੀਤਾ ਜਾਏ ਤੇ ਉਹਦੇ ਨਾਲ ਗਾਵਾਂ ਦੇ ਜਿਹੜੇ ਜਾਨ ਨੇ ਉਹ ਵੀ ਸਪੋਰਟ ਕਰ ਜਾਂਦੇ ਨੇ। ਬਹੁਤ ਜ਼ਿਆਦਾ, ਬਿਲਕੁਲ ਠੀਕ ਹੋ ਗਿਆ। ਅੱਛਾ ਸਰਵਰ ਸਾਹਿਬ ਇਹ ਦੱਸਿਓ ਕਿ ਤੁਹਾਡੇ ਕੋਲ ਬਰੀਡਰ ਹੈ ਨੇ ਕੋਈ, ਤੁਸੀਂ ਰੱਖੇ ਨੇ ਝੋਟੇ ਵਗੈਰਾ? ਹਾਂਜੀ ਹਾਂਜੀ ਉਹ ਹੈ ਨੇ। ਵੈਸੇ ਹੁਣ ਅਸੀਂ ਉਹ ਜ਼ਿਆਦਾ ਗਾਈਆਂ ਨੂੰ ਜਿਹੜਾ ਸੀਮਰ ਖਾਂਦੇ ਆ। ਸਹੀ ਹੈ। ਹਾਂਜੀ ਬਰੀਡਰ ਅਸੀਂ ਰੱਖਿਆ ਹੈ, ਝੋਟਾ ਰੱਖਿਆ ਇੱਕ। ਸਹੀ ਹੋ ਗਿਆ। 20 ਸਾਲ ਦਾ ਤੁਹਾਡਾ ਤਜਰਬਾ ਹੈ ਔਰ 20 ਸਾਲਾਂ 'ਚ ਤੁਸੀਂ ਕਿਹੜੀ ਨਸਲ ਨੂੰ ਅੱਛਾ ਪਾਇਆ ਹੈ? ਤੁਹਾਡੇ ਕੋਲ ਇਸ ਟਾਈਮ ਕਿਹੜੀਆਂ ਨਸਲਾਂ ਨੇ? ਗਾਈ ਸਾਡੇ ਕੋਲ ਫਰੀਜ਼ਨ ਵੀ ਹੈ ਵੇ, ਹੂੰ ਜਰਸੀ ਵੀ ਹੈ। ਠੀਕ ਤੇ ਹੈ। ਸਾਡਾ ਇਲਾਕਾ ਜਿਹੜਾ ਨਾ ਉਹ ਸੂਟ ਕਰਦਾ ਕਿ ਕਰਾਸ ਜਿਹੜੀ ਗਾਈ ਹੈ ਨਾ, ਫਰੀਜ਼ਨ ਜਾਂ ਔਰ ਜਰਸੀ ਦੋਨੋਂ ਕਰਾਸ ਇੱਕ ਗਾਈ ਹੁੰਦੀ ਹੈ, ਉਹ ਜਿਹੜੀ ਹੈ ਨਾ ਟੈਂਪਰੇਚਰ ਨੂੰ ਬਰਦਾਸ਼ਤ ਕਰਦੀ ਹੈ। ਬਿਲਕੁਲ ਭਾਈ ਅਗਰ ਮੌਸਮੀ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਕਰਦੀ ਹੈ। ਪਿਓਰ ਜ਼ਰਾ ਤੰਗ ਕਰਦੀ। ਹਾਂਜੀ ਪਿਓਰ ਜਿਹੜਾ ਤੰਗ ਕਰਦੀ ਅੱਛਾ ਹੈ। ਦੱਸ ਸਕਦੇ ਹੋ ਕ੍ਰਾਸ ਕਿਹੜੀ ਗਾਂ ਦਾ ਕਿਹਦੇ ਨਾਲ, ਮਤਲਬ ਇੱਕ ਆਸਟ੍ਰੇਲੀਅਨ ਫਰੀਜ਼ੀਅਨ ਜਿਹਨੂੰ ਕਹਿੰਦੇ ਆ, ਜੀ, ਜੀ। ਇੱਕ ਜਰਸੀ ਹੈ, ਉਹਨਾਂ ਵਿੱਚ ਬਿਹਤਰ ਕ੍ਰਾਸ ਕਿਹਦਾ ਹੈ? ਕਰਾਸ ਸਾਈ ਵਾਲੀ ਕਰਾਸ ਜਿਹੜਾ ਨਾ ਬਹੁਤ ਅੱਛਾ ਰਹਿੰਦਾ ਠੀਕ। ਸਾਡੇ ਇਲਾਕੇ ਵਾਸਤੇ। ਮੱਝਾਂ ਦੀਆਂ ਨਸਲਾਂ ਦੱਸਿਓ ਕਿਹੜੀਆਂ ਕਿਹੜੀਆਂ ਜੇ? ਮੱਝਾਂ ਦੇ ਸਾਡੇ ਕੋਲ ਐਡੀਆਂ ਕੋਈ ਬਿਹਤਰ ਨਸਲ ਨਹੀਂ ਹੁੰਦੀ। ਹੂੰ ਜ਼ਿਆਦਾ ਦੇਸੀ ਰੱਖੀਆਂ ਨੇ? ਇਹ ਦਰਮਿਆਨੀ ਨਸਲ ਹੈ, ਦੇਸੀ ਨਹੀਂ ਹੈ, ਦਰਮਿਆਨੀ ਨਸਲ ਹੈ। ਯਾਨੀ ਅਸੀਂ ਕਹਿ ਸਕਦੇ ਨੀਲੀ ਬਾਰ ਦੇ ਕ੍ਰਾਸ ਨੇ ਤੁਹਾਡੇ ਕੋਲ? ਆ ਬਿਲਕੁਲ ਇੰਝ ਹੀ ਗੱਲ ਹੈ ਕਿ ਅਸੀਂ ਮੱਝਾਂ ਲਿਆਣੇ ਵੀ ਉਧਰੋਂ ਹੀ ਆ, ਆਰਫ ਵਾਲਾ ਸਾਈਡ ਤੋਂ ਜਾ ਕੇ ਮੱਝਾਂ ਲਿਆ ਖਰੀਦਨੇ ਆ। ਹੂੰ ਤੇ ਬਾਹਰ ਨੂੰ ਜਾਇਆ ਕਿ ਉਹ ਮੱਝਾਂ ਆੜੀ ਨਸਲ ਹੀ ਨਹੀਂ ਅਸੀਂ ਰੱਖਦੇ, ਨਾ ਹੀ ਮੱਝਾਂ ਦੀ ਨਸਲ ਨੂੰ ਐਡਾ ਕਿ ਦੇਸੀ ਨਹੀਂ ਰੱਖਦੇ, ਦੂਸਰੀਆਂ ਮੱਝਾਂ ਰੱਖਣੇ ਆਮ ਹੂੰ ਜਿਹੜੀਆਂ ਅੱਛੀ ਨਸਲ ਦੀਆਂ। ਕੋਸ਼ਿਸ਼ ਤਾਂ ਇਹੀ ਕਰੀਦੀ ਆ। ਸਹੀ ਹੈ। ਅੱਛਾ ਸਰ ਇਹ ਦੱਸੋ ਕਿ ਮੱਝਾਂ ਦੇ ਦੁੱਧ ਦੀ ਐਵਰੇਜ ਕੀ ਚੱਲਦੀ ਪਈ ਹੈ ਤੁਹਾਡੇ ਕੋਲ? ਔਸਤਨ ਜਿਹੜੀ ਹੈ 10-11 ਕਿਲੋ ਬਸ, ਤੇ ਗਾਂ? ਗਾਈ 17-18 ਕਿਲੋ ਤੱਕ। ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਤੁਹਾਡੇ ਕਿਸੇ ਵੀ ਗਾਈ ਜਾਂ ਮੱਝ ਨੇ ਤੁਹਾਨੂੰ ਖੁਸ਼ ਕੀਤਾ ਹੈ, ਕਿੰਨਾ ਦੁੱਧ ਦਿੱਤਾ ਹੈ? ਗਾਈ ਜਿਹੜੀ ਹੈ ਉਹਨੇ 20 ਕਿਲੋ ਤੱਕ ਦਿੱਤਾ ਹੈ। ਇੱਕ ਟਾਈਮ ਦਾ? ਇੱਕ ਨਹੀਂ, ਦੋ ਟਾਈਮ ਦੋ ਟਾਈਮਾਂ ਦਾ? ਦੋ ਟਾਈਮ ਦਾ। ਔਰ ਮੱਝ ਨੇ? ਮੱਝ ਬਸ 10-12 ਕਿਲੋ ਦੇ। ਠੀਕ ਹੋ ਜ਼ਿਆਦਾ ਗਿਆ। ਤੋਂ ਜ਼ਿਆਦਾ ਮੱਝ ਜਿਹੜੀ ਹੈ ਨਾ ਇੰਨਾ ਹੀ ਬਸ ਮੈਂ ਸਮਝਣਾ ਕਿ 12 ਕਿਲੋ ਤੱਕ ਜਿਹੜੀ ਹੈ ਨਾ। ਅੱਛਾ ਉਹਨਾਂ ਦੱਸਿਓ ਕਿ ਇਹਨਾਂ ਨੂੰ ਕੋਈ ਬਿਮਾਰੀਆਂ ਵੀ ਲੱਗਦੀਆਂ ਨੇ? ਜੀ ਬਿਲਕੁਲ। ਕਿਹੜੀਆਂ ਕਿਹੜੀਆਂ ਬਿਮਾਰੀਆਂ ਇਸ ਇਲਾਕੇ 'ਚ ਆਮ ਨੇ ਔਰ ਉਹਨਾਂ ਦਾ ਇਲਾਜ ਕਿਸ ਤਰ੍ਹਾਂ ਕਰਵਾਉਂਦੇ ਹੋ? ਮੋਖਰ ਹੁੰਦਾ ਹੈ, ਅੱਛਾ ਉਹਦੀ ਵੈਕਸੀਨ ਹੁੰਦੀ ਹੈ। ਠੀਕ ਹੈ। ਤੇ ਉਹਦੇ ਵਾਸਤੇ ਅਸੀਂ ਵੈਕਸੀਨ ਜਿਹੜੀ ਹੈ ਅੱਛੀ ਜਿਹੜੀ ਹੈ ਨਾ, ਹੂੰ ਉਹ ਮਤਲਬ ਬਾਹਰ ਦੀ ਜਰਮਨੀ ਦੀ ਜਿਹੜੀ ਹੈ ਉਹ ਇਹਨਾਂ ਨੂੰ ਕਰਵਾਉਂਦੇ ਆ। ਉਹ ਤਕਰੀਬਨ ਹੈ ਤੇ ਮਹਿੰਗੀ ਹੈ ਪਰ ਉਹਦਾ ਰਿਜ਼ਲਟ ਜਿਹੜਾ ਅੱਛਾ ਹੁੰਦਾ ਹੈ। ਸਹੀ ਹੈ। ਇਸ ਦਫਾ ਅਸੀਂ ਜਿਹੜੀ ਹੈ ਵੈਕਸੀਨ ਹੈ ਪਾਕਿਸਤਾਨ ਜਿਹੜੀ ਆਪਣੀ ਤਿਆਰ ਕੀਤੀ ਹੈ ਹੂੰ ਉਹੀ ਕੀਤੀ ਹੈ। ਇਨਸ਼ਾਅੱਲਾ ਉਹਦੇ ਨਾਲ ਵੀ ਰਿਜ਼ਲਟ ਤਕਰੀਬਨ ਠੀਕ ਹੈ। ਇੱਕ ਤਾਂ ਇਹ ਬਿਮਾਰੀ ਹੋ ਗਈ ਬਿਮਾਰੀ ਆਉਂਦੀ ਹੈ ਔਰ ਦੂਸਰੀ? ਜਿਹੜੀ ਆਮ ਜਿਹੜੀਆਂ 22 ਬਿਮਾਰੀਆਂ ਨੇ ਦੋ ਹੀ ਨੇ, ਠੀਕ ਹੈ। ਗਲ ਘੋਟੂ ਔਰ ਮੋਖਰ। ਠੀਕ ਹੈ। ਬਾਕੀ ਮਾਮਲੇ ਤਾਂ ਇਹਨਾਂ ਨੂੰ ਹੁੰਦੇ ਹੀ ਰਹਿੰਦੇ ਨੇ, ਥੋੜਾ ਬਹੁਤਾ ਕਿਸੇ ਨੂੰ ਕੋਈ ਉਹ ਸਰਦੀ ਹੋ ਗਈ ਜਾਂ ਗਰਮੀ ਹੋ ਗਈ ਜਾਂ ਜ਼ਹਿਰ ਹੋ ਗਿਆ, ਉਹ ਮਾਮਲੇ ਹੋਰ ਨੇ। 22 ਬਿਮਾਰੀਆਂ ਦੋ ਹੀ ਨੇ ਜ਼ਿਆਦਾ। ਦੇਸੀ ਇਲਾਜ ਵੀ ਕੋਈ ਕਰਦੇ ਹੋ ਉਹਨਾਂ ਦਾ? ਜੀ ਦੇਸੀ ਵੀ ਆਪਣਾ ਕਰਨੇ ਇਲਾਜ ਥੋੜਾ ਬਹੁਤਾ ਜਿਸ ਤਰ੍ਹਾਂ ਆਪਣੀ ਸਮਝ ਵਿੱਚ ਆਏ। ਜਿਹੜੇ ਕੋ ਤੁਹਾਡੇ ਕੋਲ ਦੇਸੀ ਨੁਸਖੇ ਆਏ ਨੇ ਉਹ ਸਾਡੇ ਵਿਊਅਰਸ ਨਾਲ, ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜੇ। ਦੇਸੀ ਨੁਸਖੇ ਅਸਲ ਵਿੱਚ ਉਹ ਜਾਨਵਰ ਦੀ ਨਵੀਅਤ ਦੇ ਮੁਤਾਬਕ ਹੁੰਦਾ ਹੈ। ਜਾਨਵਰ ਦੀ ਸੂਰਤ-ਹਾਲ ਦੇਖੀ ਜਾਏ ਜੀ। ਉਹ ਇਹ ਵੇ ਕਿ ਅਗਰ ਉਹਨਾਂ ਨੂੰ ਕੋਈ ਅਸੀਂ ਕੋਈ ਪਿਆਜ਼ ਜਾਂ ਹਰੀ ਮਿਰਚ ਵਗੈਰਾ ਦੇ ਦਿੰਦੇ ਆ, ਕੋਈ ਪੱਠੇ ਨਹੀਂ ਚਾਰਾ ਖਾ ਰਿਹਾ ਜਾਨਵਰ, ਉਹਨੂੰ ਅਸੀਂ ਹਰੀ ਮਿਰਚ ਜਾਂ ਪਿਆਜ਼ ਮਿਲਾ ਕੇ ਦੇ ਦੇਵੋ ਤੇ ਇਨਸ਼ਾਅੱਲਾ ਉਹਦੇ ਨਾਲ ਜਾਨਵਰ ਪੱਠੇ ਖਾਣੇ ਸ਼ੁਰੂ ਕਰ ਲੇਗਾ। ਜ਼ਿਆਦਾ 2 ਦਿਨ ਦਿੰਦੇ ਹੋ। ਉਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਉਹ ਕਰਵਾਉਂਦੇ ਆ ਕਿ ਉਹ ਕਿਰਮਾਂ ਵਾਸਤੇ ਜਿਹੜੀ ਹੈ ਨਾ ਦਵਾਈ ਉਹ ਪਿਆਉਂਦੇ ਆ ਹਰ ਤਕਰੀਬਨ ਡਿਵੈਲਪਮੈਂਟ ਵਾਸਤੇ 3-4 ਮਹੀਨੇ ਜਿਹੜੀ ਹੈ ਨਾ ਉਹ ਬਾਅਦ ਉਹ ਦਵਾਈਆਂ ਅਸੀਂ ਪਿਆਉਣ ਦੀ ਕੋਸ਼ਿਸ਼ ਕਰਨੇ ਆ। ਠੀਕ ਹੈ। ਇਸ ਤਰ੍ਹਾਂ ਦੱਸੋ ਖਲ ਵੰਡੇ ਵਿੱਚ ਇਹਨਾਂ ਨੂੰ ਕੀ ਕੀ ਪਾਉਂਦੇ ਹੋ? ਖਾਲ ਬੰਡੇ ਵਿੱਚ ਅਸੀਂ ਆਈਸੀ ਦਾ ਵੰਡਾ ਇਸਤੇਮਾਲ ਕਰਦੇ ਜੀ। ਠੀਕ। ਮੁਤਮਿਨ ਰਿਜ਼ਲਟ ਤੇ? ਜੀ ਬਿਲਕੁਲ 100%। ਕਿੰਨੀ ਮਕਦਾਰ ਦੇ ਵਿੱਚ ਇਸਤੇਮਾਲ ਕਰਦੇ ਇੱਕ ਮੱਝ ਲਈ? ਤਕਰੀਬਨ 3 ਕਿਲੋ। ਉਹ ਸਮਝ ਲਓ ਕਿ ਅਸੀਂ ਉਹਨਾਂ 2 ਬੈਗ ਮੱਝਾਂ ਨੂੰ ਡਾਲਨੇ ਆ। ਆਪਣਾ ਸਾਡਾ ਅੰਦਾਜ਼ਾ ਹੈ ਕਿ ਉਹ ਜਿਹੜਾ 1.5 ਕਿਲੋ ਇੱਕ ਟਾਈਮ ਵਕਤ ਦਾ ਮੱਝ ਨੂੰ ਮਿਲ ਜਾਂਦਾ ਹੈ। ਤੇ ਗਾਂ ਨੂੰ? ਉਤਨਾ ਹੀ ਗਾਈ ਨੂੰ ਪਾ ਦੇਣਾ। ਸੇਮ ਹੀ ਸਰ ਲੈਜ ਨਾਲ ਨਹੀਂ ਪਾਉਂਦੇ ਵੈਸੇ ਅਸੀਂ। ਠੀਕ ਜੀ ਅੰਦਾਜ਼ ਹੈ। ਸਰਵਰ ਸਾਹਿਬ ਦੱਸਿਓ ਤੁਹਾਡੇ ਕੋਲ ਇਸ ਟਾਈਮ ਲਹਿਰੀਆਂ ਮੱਝਾਂ ਕਿੰਨੀਆਂ ਨੇ ਜਾਂ ਗਾਈਆਂ? ਗਾਈਆਂ ਨੇ ਕੋਈ 20 ਕੇ 20 ਲਹਿਰੀਆਂ ਨੇ ਔਰ ਮੱਝਾਂ? ਮੱਝਾਂ 5-6। ਤੇ ਬਾਕੀ ਵਨ ਲਵਾਇਆ ਹੈ ਜਾਂ ਫਿਰ? ਬਾਕੀ ਉਹ ਖੰਗੜੀਆਂ ਮੱਝਾਂ ਜਿਹਨਾਂ ਨੂੰ ਅਸੀਂ ਕਹਿੰਦੇ ਆ ਸਾਦਾ। ਜੀ ਜੀ ਬਿਲਕੁਲ। ਥੋੜਾ ਦੁੱਧ ਦੇਣ ਵਾਲੀਆਂ, ਕੋਈ 4-4 5-5 ਕਿਲੋ ਦੇਣ ਵਾਲੀਆਂ, ਇਸ ਤਰ੍ਹਾਂ ਹੀ। ਠੀਕ ਹੈ। ਅੱਛਾ ਇੰਨੇ ਜਾਨਵਰਾਂ ਵਾਸਤੇ ਚਾਰਾ ਕਿੰਨਾ ਤੁਸੀਂ ਬੀਜਦੇ ਹੋ? ਚਾਰਾ ਉਂਝ ਤੇ ਜਿੰਨਾ ਮਰਜ਼ੀ ਬੀਜ ਲਓ। ਅਸੀਂ ਉਂਝ ਤਕਰੀਬਨ 10-12 ਕਿੱਲੇ ਜਿਹੜਾ ਨਾ ਏਕੜ। ਸਹੀ ਹੈ। ਸਰਵਰ ਸਾਹਿਬ ਆਪਣਾ ਘਰ-ਬਾਰ ਐਸੇ ਕੰਮ ਨਾਲ ਚਲਾਉਂਦੇ? ਜੀ ਬਿਲਕੁਲ ਅਲਹਮਦੁਲਿਲਾ। ਯਾਨੀ ਕਿ ਰੋਟੀ ਤੇ ਅੱਲਾ ਦਿੰਦਾ? ਇਨਸ਼ਾਅੱਲਾ ਬਹੁਤ ਜ਼ਿਆਦਾ ਦਿੱਤੀ ਹੈ ਅੱਲਾ ਇਜ਼ਾਦ ਨੇ। ਅਸੀਂ ਇਸ ਕਾਰੋਬਾਰ ਦੇ ਉਤੋਂ ਆਪਣੀਆਂ ਜ਼ਮੀਨਾਂ ਵੀ ਖਰੀਦੀਆਂ ਅਲਹਮਦੁਲਿਲਾ। ਅੱਛਾ ਸਰਵਰ ਸਾਹਿਬ ਇਹ ਦੱਸਿਓ ਕਿ ਤੁਸੀਂ 20 ਸਾਲ ਦਾ ਤੁਹਾਡਾ ਤਜਰਬਾ ਹੈ ਜੀ
ਔਰ ਇੱਕ ਤਜਰਬਾ ਤੇ ਇੱਕ ਦਿਨ ਦਾ ਵੀ ਬੜਾ ਹੁੰਦਾ ਹੈ। ਇੱਕ ਦਿਨ ਦਾ ਬੜਾ। ਸਰ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਇਹ ਕੰਮ ਕਰੀਏ ਤੇ ਕਿਸ ਤਰ੍ਹਾਂ ਕਰੀਏ, ਹਾਂਜੀ ਉਹ ਜ਼ਰਾ ਸਾਨੂੰ ਅਹਿਮ ਗੱਲਾਂ ਦੱਸ ਛੜੋ ਕਿ ਅਗਰ ਇਸ ਕੰਮ 'ਚ ਕਾਮਯਾਬ ਹੋਣਾ ਹੈ ਤੇ ਇਹ ਕੰਮ ਕਰੋ ਤਾਂ ਤੁਸੀਂ ਕਾਮਯਾਬ ਹੋ। ਸਭ ਤੋਂ ਪਹਿਲਾਂ ਸਰ ਜੀ ਇਸ ਕੰਮ ਦੇ ਵਾਸਤੇ ਜਗ੍ਹਾ ਦਾ ਮੈਨੇਜਮੈਂਟ ਕਰਨਾ, ਉਸ ਤੋਂ ਬਾਅਦ ਸਾਈਲੇਜ ਵਾਸਤੇ ਜਿਹੜਾ ਨਾ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ 4-6 ਮਹੀਨਿਆਂ ਦਾ ਬੰਦੇ ਦੇ ਕੋਲ ਇਕੱਠਾ ਹੋ ਜਾਏ, ਠੀਕ ਹੈ, ਬੰਦਾ ਸਾਰਾ ਜੋ ਹੋ ਗਿਆ। ਪਰੇਸ਼ਾਨੀ ਨਹੀਂ ਹੁੰਦੀ। ਉਸ ਤੋਂ ਬਾਅਦ ਦੂਸਰਾ ਮਾਮਲਾ ਇਹ ਵੇ ਕਿ ਉਹ ਜਿਹੜਾ ਲੇਬਰ ਦਾ ਬੰਦੋਬਸਤ ਹੈ ਨਾ, ਜੀ ਅਗਰ ਉਹ ਕੋਈ ਬੰਦੇ ਐਡਵਾਂਸ ਲੈ ਕੇ ਵੀ ਪੱਕੇ ਹੋਣ, ਜਿਹੜੇ ਸਾਲ ਦੀ ਪੂਰੀ ਗੱਲ ਹੋਏ ਬਈ ਸਾਲ 2 ਸਾਲ ਰਹਿਣ ਜਾਂ 6 ਸਾਲ ਰਹਿਣ ਜਾਂ 6 ਮਹੀਨੇ ਰਹਿਣ, ਉਹ ਫਿਰ ਇਨਸ਼ਾਅੱਲਾ ਬੰਦਾ ਕਾਮਯਾਬ ਹੋ ਜਾਂਦਾ। ਔਰ ਮੱਝਾਂ ਜਿਹੜੀਆਂ ਨੇ ਉਹ ਵੀ ਲਹਿਰੀਆਂ ਲਈਆਂ ਜਾਣ। ਆ ਮੱਝਾਂ ਹੋ ਗਈਆਂ ਮਿਕਸ ਲੈਣ ਤੇ ਫੇਰ ਹੀ ਹੈ ਨਾ। ਠੀਕ ਹੈ। ਅੱਛਾ ਸਰ, ਤੁਸੀਂ ਬੜੀ ਅਹਿਮ ਗੁਫ਼ਤਗੂ ਕੀਤੀ ਹੈ, ਬਹੁਤ ਤੁਹਾਡੀ ਗੱਲਬਾਤ ਦਾ ਮਜ਼ਾ ਆਇਆ ਜੀ। ਅਸਲਾਮ ਵਾਲੇਕੁਮ, ਜਜ਼ਾਕੱਲਾ।